सिख चैनल वैनकूवर तो प्रोग्राम पंथ वसे मैं उजड़ा दे समूह दर्शकों को कुलदीप सिंह वालों साहिबे कमाल सरबंस दानी अमृत के दाते दशमेश पिता वालों बख्शी फतेह करो प्रवान। वाहिगुरू जी का खालसा वाहिगुरू जी की फतेह। अज दे इस विशेष प्रोग्राम दे विच मेरे नाल पंथ दी वो शख्सियत जिन्हां ने गुरमत नूं आप पढ़िया है, गुरमत नूं पढ़ाया है, गुरमत नूं प्रचारिया है ते गुरमत नूं लिखिया है, जिन्हां ने दो किताबां पंथ दी झोली च पहलां पाईयां ने, दो किताबां लिखियां हुईयां ने जिहड़े आउण वाले समय दे विच गुरमत दा सच की है। इस तो इलावा सैकड़ियां की तादाद दे विच लेख तुसी अखबारां दे विच sikhmarg.com दे विच तुसी देखदे हो। भाई जसवीर सिंह वैनकूवर वाले अज उन्हां नाल विशेष गलबात करते हैं। भाई साहब जी सब तो पहला अज दे इस प्रोग्राम दे तुहाडा बहुत बहुत स्वागत है जी। वाहिगुरू जी का खालसा वाहिगुरू जी की फतेह। थोड़ा जिहा अपने बारे दसो कि गुरमत नूं, क्योंकि भाई की जिहड़ी ड्यूटी है वो गुरुद्वारा साहब दे प्रबंध है जिहड़ा अंदरला उहनूं संभालना ते उहदे नाल उहनूं प्रचारना, इहदे नाल तुसीं लिखिया भी है कुछ, उहदे बाबत थोड़ा जिहा दसो कि लिखण दा रुझान किवें बणिया तुहाडा? बड़ा खैर वधिया कोई इंटरस्टिंग सवाल भी आ। हाँ जी, ਉਹਦੇ 'ਚ ਦਰਦ ਵੀ ਆ हाँ जी, ਕਿ ਜਦੋਂ ਸਿੱਖ ਸੰਗਤਾਂ 'ਚ ਵਿਚਰਦੇ ਆਇਆ ਖਾਸ ਤੌਰ 'ਤੇ ਗ੍ਰੰਥੀ ਦੀ ਡਿਊਟੀ 'ਚ जी, ਤੁਹਾਨੂੰ ਬਹੁਤ ਕੁਝ ਜੋ ਤੁਸੀਂ ਕਹਿਣਾ ਚਾਹੁੰਦੇ ਹੋ हम्म, ਤੁਹਾਨੂੰ ਮੌਕਾ ਨਹੀਂ ਮਿਲਦਾ हम्म, ਸੰਗਤਾਂ ਨਾਲ ਸਾਂਝਿਆਂ ਕਰਨ ਲਈ। जी, ਇਹ ਕਲਮ ਇੱਕ ਐਸਾ ਸਾਧਨ ਆ ਜਿਹਦੇ ਰਾਹੀਂ ਤੁਸੀਂ ਬੜੇ ਆਰਾਮ ਨਾਲ ਬੜੀ ਆਸਾਨੀ ਨਾਲ हम्म, ਹਰ ਵਰਗ ਤੱਕ ਆਪਣੀ ਗੱਲ ਜਿਹੜੀ ਪਹੁੰਚਾ ਸਕਦੇ ਜੇ। जी, ਸਾਡੀ ਆਪਣੀ ਗੱਲ ਜਿਹੜੀ ਸੀ ਉਹ ਸਾਡੇ ਗੁਰੂ ਦੀ ਗੱਲ ਆ, जी, ਜੋ ਸਾਨੂੰ ਜਿੰਨੀ ਗੁਰੂ ਨੇ ਮੱਤ ਦਿੱਤੀ ਆ ਉਹਨੂੰ ਇਮਾਨਦਾਰੀ ਨਾਲ ਬਿਨਾਂ ਕਿਸੇ ਡਰ ਦੇ ਲਾਲਚ ਦੇ ਜਾਂ ਕੋਈ ਮਨ 'ਚ ਹੋਰ ਕੋਈ ਇਹੋ ਜਿਹੀ ਲਾਲਸਾ ਰੱਖਣ ਤੋਂ ਉੱਪਰ ਉੱਠ ਕੇ जी, ਉਹਦੇ ਭੈ ਵਿੱਚ ਰਹਿੰਦਿਆਂ ਹੋਇਆਂ हम्म, ਉਹ ਲਿਖਣ ਦੀ ਕੋਸ਼ਿਸ਼ ਕੀਤੀ ਆ। जी, ਮੈਂ ਇਹ ਦਾਅਵਾ ਨਹੀਂ ਕਰਦਾ ਕਿ ਉਹ ਅਭੁੱਲ ਹੋ ਸਕਦੀ ਆ, हम्म, ਅਭੁੱਲ ਤੇ ਮੇਰਾ ਸਤਿਗੁਰੂ ਔਰ ਕਰਤਾਰ ਹੀ ਆ, वाह वाह, ਪਰ ਜਿੰਨੀ ਕੁ ਸਮਝ ਆਈ ਆ ਉਹਨੂੰ ਇਮਾਨਦਾਰੀ ਨਾਲ, ਉਹਦੇ ਵਿੱਚ ਕੋਈ ਮੇਰੀ ਮੈਂ ਖੋਟਪਣ ਨਹੀਂ ਕਹਿ ਸਕਦਾ ਕਿ ਮੈਂ ਜਾਣ ਬੁੱਝ ਕੇ ਜਾਂ ਆਪਣਾ ਵਡੱਪਣ ਦਰਸਾਉਣ ਲਈ ਜਾਂ ਕਿਸੇ ਹੋਰ ਨੀਵਾਂ ਦਿਖਾਉਣ ਲਈ ਐਸੀ ਮੇਰੀ ਮਨਸ਼ਾ ਨਹੀਂ ਰਹੀ। हम्म, ਇਸ ਖਿਆਲ ਨਾਲ ਜੋ ਮੈਂ ਆਮ ਸੰਗਤਾਂ 'ਚ ਵਿਚਰਦੇ ਹਾਂ, ਕਿਉਂਕਿ ਉਹਨਾਂ ਮੌਕਾ ਨਹੀਂ ਮਿਲਦਾ हम्म, ਬਹੁਤ ਸਾਰੇ ਪਹਿਲੂਆਂ 'ਤੇ ਗੱਲ ਕਰਨ ਦਾ, जी, ਜਾਂ ਕਈ ਵਾਰ ਐਸਾ ਮਾਹੌਲ ਵੀ ਨਹੀਂ ਹੁੰਦਾ जी, ਕਿ ਜਿੱਥੇ ਤੁਸੀਂ ਉਸ ਗੱਲ ਉਸ ਰੂਪ 'ਚ ਆਖ ਸਕੋ। हम्म, ਔਰ ਜੇਕਰ ਤੁਸੀਂ ਕਹਿੰਦੇ ਵੀ ਹੋ ਤੁਹਾਨੂੰ ਪਹਿਲਾਂ ਮਾਹੌਲ ਤਿਆਰ ਬਣਾਉਣਾ ਪੈਂਦਾ, बिल्कुल बिल्कुल, ਜੇ ਨਹੀਂ ਬਣਾਉਂਦੇ ਤਾਂ ਫਿਰ ਲੜਾਈਆਂ ਝਗੜੇ ਜਿਹੜੇ ਉਹ ਕਾਰਨ ਬਣ ਜਾਂਦੇ ਆ। ਇਸ ਲਈ ਮੈਂ ਚਾਹਿਆ ਕਿ ਅਸੀਂ ਜਿੱਥੇ ਬੋਲ ਕੇ ਉੱਥੇ ਕਲਮ ਰਾਹੀਂ ਵੀ ਜਿਹੜੀ ਗੱਲ ਜਿਹੜੀ ਉਹ ਫੈਲ ਸਕੇ ਵੱਧ ਤੋਂ ਵੱਧ। ਇਹਨਾਂ ਕਾਰਨਾਂ ਕਾਰਨ ਜਿਹੜੀ ਉਹ ਕਲਮ ਵੀ ਨਾਲ ਚਲਾਉਣੀ ਸ਼ੁਰੂ ਕੀਤੀ। ਕਲਮ ਦੇ ਰਾਹੀਂ ਕਿਹੜੀਆਂ ਲਿਖਤਾਂ ਲਿਖੀਆਂ ਜਾ ਚੁੱਕੀਆਂ ਨੇ, ਕੀ ਨਾਮ ਦਿੱਤਾ ਉਹਨਾਂ ਨੂੰ, ਕਿਹੜੀਆਂ ਲਿਖਤਾਂ ਤਿਆਰ ਪਈਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ 'ਚ ਪਬਲਿਸ਼ ਹੋਣੀਆਂ? ਜਿਹੜੀਆਂ ਫਿਲਹਾਲ ਤੇ ਦੋ ਕਿਤਾਬਾਂ ਜਿਹੜੀਆਂ ਉਹ ਛਪੀਆਂ ਹੋਈਆਂ, ਜੀ। ਇੱਕ ਗੁਰਬਾਣੀ ਦਾ ਸੱਚ ਅਤੇ ਪ੍ਰਚਲਿਤ ਧਾਰਨਾਵਾਂ, ਗੁਰਬਾਣੀ ਦਾ ਸੱਚ ਤੇ ਪ੍ਰਚਲਿਤ ਧਾਰਨਾਵਾਂ, ਦੂਜੀ ਹੈ ਗੁਰਬਾਣੀ ਦੇ ਪ੍ਰਪੇਖ ਵਿੱਚ। ਗੁਰਬਾਣੀ ਦੇ ਪ੍ਰਪੇਖ ਵਿੱਚ, ਹਾਂ, ਜਿਹੜੀਆਂ ਨਹੀਂ ਛਪੀਆਂ ਜੇ ਉਹ ਇੱਕ ਸ਼ਰਦ ਆਖੌਤੀ ਸ਼ਰਧਾਪੂਰਨ ਗ੍ਰੰਥ ਗੁਰਬਾਣੀ ਦੀ ਕਸਵੱਟੀ ਤੇ, ਇੱਕ ਜੈਸਾ ਨ ਤੈਸਾ ਮਨ, ਇਸ ਤੋਂ ਇਲਾਵਾ ਸਤੇ ਬਲਵੰਡ ਦੀ ਵਾਰ ਸੰਬੰਧੀ ਕੁਝ ਪਰਮ ਭੁਲੇਖੇ, 40 ਮੁਕਤਿਆਂ ਦੇ ਸੰਬੰਧੀ ਜੋ ਆਮ ਧਾਰਨਾ ਬਣੀ ਹੋਈ ਆ, ਜੀ, ਪਰ ਉਹਦੇ 'ਚ ਕਾਫੀ ਡਿਟੇਲ ਨਾਲ ਜਿਹੜੀ ਆ ਉਹ ਡਿਸਕਸ ਕੀਤੀ ਹੋਈ ਆ ਕਿ ਕਿੱਥੋਂ ਸ਼ੁਰੂ ਹੋਈ, ਕੀ ਹੋਈ, ਕਿਵੇਂ ਹੋਈ। ਇਹ ਪੰਜ ਹੈਗੀਆਂ ਜਿਹੜੀਆਂ। ਤੁਸੀਂ ਗੱਲਬਾਤ ਦੀ ਸ਼ੁਰੂਆਤ ਜਦੋਂ ਕੀਤੀ ਹੈ, ਤੁਸੀਂ ਇਹ ਕਿਹਾ ਵੀ ਗ੍ਰੰਥੀ ਦੀ ਡਿਊਟੀ ਹੋਣ ਕਰਕੇ ਕਈ ਚੀਜ਼ਾਂ ਗੁਰਬਾਣੀ ਦਾ ਜਿਹੜਾ ਸੱਚ ਹੈ ਉਹ ਬੋਲ ਨਹੀਂ ਹੁੰਦਾ, ਉਹ ਮੈਂ ਲਿਖਣ ਦੀ ਯਤਨ ਕੀਤਾ। ਆਪਾਂ ਵਿਸ਼ੇ ਗ੍ਰੰਥੀ ਦਾ ਲੈ ਲੈਂਦੇ ਹਾਂ ਅੱਜ। ਗ੍ਰੰਥੀ ਗੁਰਦੁਆਰਾ ਸਾਹਿਬ ਦਾ ਜਿਹੜਾ ਕਈ ਵਾਰੀ ਅਸੀਂ ਭਾਈ ਜੀ ਕਹਿੰਦੇ ਹਾਂ, ਕਈ ਵਾਰੀ ਉਹਨੂੰ ਗ੍ਰੰਥੀ ਜੀ ਕਹਿੰਦੇ ਹਾਂ,
कई बारी ज्ञानी जी कह दिंदे आ, कई बारी उसनूं गुरु का वजीर कह दिंदे आ। जे आपां शब्दावली तौर ते देखीए असल दे विच ग्रंथी कौन है, ज्ञानी कौन है, भाई कौन है, तो गुरु का वजीर कौन है? की अंतर की है शब्दावली दे विच, की फर्क है, कि अलग अलग मैसेज अलग अलग नावां नाल दिता जा रहा है या होर कोई कारण है? देखो जिहड़ा शुरू ਵਿੱਚ कोई बुनियादी फर्क नहीं सी जी, ये डिपेंड करता है किहड़े इलाके ਵਿੱਚ ਤੁਸੀਂ ਵਿਚਰ ਰਹੇ ਹੋ। हाँ जी, ਮਾਝੇ ਦੇ ਇਲਾਕੇ 'ਚ ਆਮ ਤੌਰ ਤੇ ਬਾਬਾ ਜੀ ਕਹਿ ਦਿੰਦੇ ਗ੍ਰੰਥੀ ਸਿੰਘ बाबा ਨੂੰ। जी भुल गया मैं, हाँ जी, ਬਾਬਾ ਜੀ ਕਹਿ ਦਿੰਦੇ ਆ। ਉਹ ਭਾਵੇਂ ਛੋਟੀ ਉਮਰ ਦਾ ਭਾਵੇਂ ਵੱਡੀ ਉਮਰ ਦਾ, जी, ਉਹ ਭਾਵੇਂ ਉਹਦੇ ਦੀ ਉਮਰ ਦੇ ਦਾਦੇ ਦੀ ਉਮਰ ਦੇ ਆ, ਫਿਰ ਉਹਨੂੰ ਬਾਬਾ ਜੀ बाबा ਕਹਿਣਗੇ। जी, ਇਹ ਇਲਾਕੇ ਨਾਲ ਵੀ ਸੰਬੰਧ ਰੱਖਦਾ ਸੀ। ਵੱਖੋ ਵੱਖਰੇ ਇਲਾਕਿਆਂ ਵਿੱਚ ਸ਼ਬਦ ਜਿਹੜੇ ਪ੍ਰਚਲਿਤ ਹੋ ਗਏ, जी, ਆਪਣੇ ਵੱਲੋਂ ਉਹਨਾਂ ਨੇ ਸਨਮਾਨ ਵਜੋਂ ਸ਼ਬਦ ਜਿਹੜੇ ਆ ਵਰਤਣੇ ਸ਼ੁਰੂ ਕੀਤੇ ਆ। हाँ जी, ਸਾਡੇ 'ਚ ਕੋਈ ਵੀ ਐਸਾ ਸ਼ਬਦ ਨਹੀਂ ਜਿਹੜਾ ਕਿ ਅਪਮਾਨਜਨਕ ਸ਼ਬਦ ਆ। बिल्कुल बिल्कुल ਜੋ ਵੀ ਸ਼ਬਦ ਪ੍ਰਚਲਿਤ ਆ, सत्कारयोग, ਇਹ ਆਪਣੇ ਵੱਲੋਂ ਜੋ ਵੀ ਸੰਬੋਧਨ ਕੀਤਾ ਗਿਆ ਉਹਦੇ 'ਚ ਸਤਿਕਾਰ ਦੀ ਭਾਵਨਾ ਝਲਕਦੀ ਆ। जी, ਇਹ ਗੱਲ ਵੱਖਰੀ ਹੈ ਕਿ ਕੋਈ ਸ਼ਬਦ ਜਿਹੜੇ ਆ ਉਹ ਅਸੀਂ ਇਸ ਤਰ੍ਹਾਂ ਵਰਤਣੇ ਸ਼ੁਰੂ ਕਰ ਦਿੱਤੇ ਕਿ ਸਮੇਂ ਨਾਲ ਫਿਰ ਜਿਹੜੇ ਉਹਨਾਂ ਦੀ ਜਿਹੜੀ ਆ ਉਹ ਪੜਚੋਲ ਹੋਣੀ ਸ਼ੁਰੂ ਹੋ ਗਈ। ਜਿਸ ਗੁਰੂ ਕਾ ਵਜ਼ੀਰ ਦੀ ਗੱਲ ਆ, हाँ जी, ਪਹਿਲੀ ਗੱਲ ਹੈ ਕਿ ਗੁਰੂ ਦਾ ਵਜ਼ੀਰ, ਗੁਰੂ ਕੋਈ ਸਧਾਰਨ ਜਿਹੜਾ ਉਹ ਕੋਈ ਦੁਨਿਆਵੀ ਬਾਦਸ਼ਾਹ ਨਹੀਂ ਕਿ ਉਹਨੂੰ ਕਿਸੇ ਬੌਧਿਕ ਤਲ ਦੇ ਵਿਚਰਨ ਵਾਲੇ ਮਨੁੱਖ ਦੀ ਲੋੜ ਆ। ਗੁਰੂ ਨੂੰ ਸਾਡੇ ਵਰਗਿਆਂ ਦੀ ਸਲਾਹ ਦੀ ਲੋੜ ਨਹੀਂ। वजीर का मतलब सलाहकार, ਜਿਹੜਾ ਸਲਾਹ ਜਿਹੜਾ ਆਮ ਤੌਰ ਤੇ ਜਿਹੜਾ ਉਹ ਲਿਆ ਜਾਂਦਾ, ਸਲਾਹਕਾਰ ਹੀ ਲਿਆ ਜਾਂਦਾ। ਔਰ ਉਹ ਹੁੰਦੇ ਸੀ ਜਿਹੜੇ ਪੜ੍ਹੇ ਲਿਖੇ ਹੁੰਦੇ ਸੀ, ਸਿਆਣੇ ਹੁੰਦੇ ਸੀ, ਗੱਲ ਨੂੰ ਸਮਝਦੇ ਸੀ, ਉਹ ਸਿਚੁਏਸ਼ਨ ਚੰਗੀ ਤਰ੍ਹਾਂ ਜੋ ਸਥਿਤੀ ਉਹਨਾਂ ਨੂੰ ਘੋਖਣ ਵਾਲੇ ਸੀਗੇ, ਬਸ ਸਿਆਣੇ ਪੁਰਸ਼ ਰੱਖੇ ਜਾਂਦੇ ਸੀ। ਸਾਡੇ ਦੇ ਗੁਰੂ ਨਾਲੋਂ ਸਿਆਣਾ ਤੇ ਕੁਝ ਨਹੀਂ ਹੋ ਸਕਦਾ। ਹਾਂ, ਇਹਦੇ 'ਚ ਇਹ ਸੀ ਪੱਖ ਸੀਗਾ ਕਿ ਅਸੀਂ ਇਹਦਾ ਉਹ ਅਰਥ ਨਾ ਲਈਏ ਜੋ ਕੋਸ਼ਾਂ ਵਿੱਚ ਆ, कोशां दे अर्थ ਅਸੀਂ ਉਹ ਨਾਲ ਇੱਕ ਪਾਸੇ ਰੱਖੀਏ। जी, ਜਿਹੜੀ ਅਸੀਂ ਸਤਿਕਾਰ ਵਾਲੀ ਭਾਵਨਾ ਜਿਹਨਾਂ ਸ਼ੁਰੂ ਕੀਤੀ, ਉਹਨੇ ਐਕਚੁਅਲੀ ਉਹ ਸਤਿਕਾਰ ਦੀ ਭਾਵਨਾ ਨੂੰ ਹੀ ਮੁੱਖ ਰੱਖ ਕੇ ਕੀਤੀ ਹੋਣੀ ਆ, जी, ਨਾ ਕਿ ਉਹਦਾ ਭਾਵ ਜਿਹੜਾ ਹੁਣ ਆਖਰੀ ਅਰਥਾਂ ਤੋਂ ਹੋਣਾ। ਉਹਦਾ ਭਾਵ ਸੀ ਕਿ ਜਿਵੇਂ ਬਾਦਸ਼ਾਹ ਤੋਂ ਥੱਲੇ ਜਿਹੜਾ ਵਜ਼ੀਰ ਸੀ ਉਹਦਾ ਵੀ ਮਾਣ ਸਨਮਾਨ ਹੁੰਦਾ ਸੀ, ਲੋਕੀ बिल्कुल, ਸਮਝਦੇ ਸੀ ਵੀ ਇਹ ਨੇੜੇ ਆ। हाँ जी, ਜਿਹੜਾ ਗੁਰੂ ਕੀ ਹਜ਼ੂਰੀ ਵਿੱਚ ਰਹਿਣ ਵਾਲਾ ਟਹਿਲੂ ਆ, ਉਹਦਾ ਕਿਰਦਾਰ, ਉਹਦਾ ਵਿਵਹਾਰ, ਉਹਦਾ ਹਰ ਪੱਖ ਜਿਹੜਾ ਉਹ ਇੰਨਾ ਸ਼ੁੱਧ ਹੋਵੇ, ਪਵਿੱਤਰ ਹੋਵੇ, ਉਹਦੀ ਮਹਿਕ ਹੋਵੇ आहा, ਕਿ ਹਰ ਇੱਕ ਨੂੰ ਮਹਿਸੂਸ ਹੋਵੇ ਕਿ ਸੱਚਮੁੱਚ ਇਹ ਗੁਰੂ ਕਾ ਨਜ਼ਦੀਕੀ ਆ, ਗੁਰੂ ਕਾ ਟਹਿਲੂ ਆ। जी, ਜਿਹੜਾ ਸਲਾਹ ਦੀ ਗੱਲ ਨਹੀਂ, ਅਸੀਂ ਫਿਰ ਦੁਹਰਾ ਦੇਵਾਂ ਕਿ ਉਹ ਗਵਾਵ ਨਹੀਂ, सलाह नहीं, ਭਾਵ ਹੀ ਸੀਗਾ ਜਿੰਨਾ ਵੀ ਦਿੱਤਾ ਹੋਣਾ ਅਸਲ 'ਚ। ਜੀ। ਦੂਜਾ ਸੀ ਕਿ ਆਮ ਲੋਕਾਂ ਦੇ ਮਨਾਂ ਵਿੱਚ ਵੀ ਉਹਦੇ ਪ੍ਰਤੀ ਜਿਹੜਾ ਇਹ ਸਤਿਕਾਰ ਜਿਹੜਾ ਉਹ ਬਣਿਆ ਰਹੇ ਕਿ ਇਹ ਸਧਾਰਨ ਨੌਕਰ ਨਹੀਂ। वाह, ਜਿਹੜੀ ਸਾਡੀ ਭਾਵਨਾ ਇੱਕ ਜਿਹੜੀ ਸਮੱਸਿਆ ਆ ਗਈ ਆ, ਉਹ ਵੀ ਆ ਗਈ ਆ ਕਿ ਅੱਜ ਔਰ ਠੀਕ ਵੀ ਆ ਕਿ ਅੱਜ ਅਸੀਂ ਗ੍ਰੰਥੀ ਸਾਹਿਬਾਨ ਜਿਹੜਾ ਉਹ ਮੁਕਰਰ ਨੂੰ ਤਨਖਾਹ ਦੇ ਕੇ ਅਸੀਂ ਉਹਨੂੰ ਮੁਕਰ ਹਰ ਕਰ ਲੈਂਦੇ ਹਾਂ। बिल्कुल बिल्कुल, ਔਰ ਫਿਰ ਜਿਹੜਾ ਵਿਅਕਤੀ ਚੰਦ ਬੰਦਿਆਂ ਦਾ ਮੁਹਤਾਜ ਆ, ਉਹਦੇ ਤੇ ਨਿਰਭਰ ਕਰ ਰਿਹਾ ਉਹ ਤਨਖਾਹ ਵਧਾ ਦੇਣ, ਘਟਾ ਦੇਣ, ਉਹਦੀਆਂ ਸਹੂਲਤਾਂ ਵਧਾ ਦੇਣ, ਘਟਾ ਦੇਣ, जी, ਤਾਂ ਉਹ ਗੁਰੂ ਦੀ ਗੱਲ ਕਿੰਨੀ ਠੋਕ ਜਾ ਕੇ ਕਰ ਸਕਦਾ? ਗੁਰੂ ਦੀ ਗੱਲ ਤੇ ਨਹੀਂ ਕਰ ਸਕਦਾ, ਪਰ ਜਿਨ੍ਹਾਂ ਨੇ ਰੱਖਿਆ ਉਹਨਾਂ ਦੀ ਜ਼ਰੂਰ ਕਰ ਸਕਦਾ। ਮਤਲਬ ਐਸਾ ਹੋ ਰਿਹਾ। हो रहा है, बिल्कुल हो रहा है, बिल्कुल, ਇਸੇ ਲਈ ਭਾਵੇਂ ਕੋਈ ਆਮ ਸਧਾਰਨ ਲੋਕਲ ਗੁਰਦੁਆਰੇ ਆ ਉਹਨਾਂ ਦੇਖ ਲਈਏ, जी, ਭਾਵੇਂ ਇਤਿਹਾਸਕ ਆ, ਕਿਉਂਕਿ ਅੱਜ ਗ੍ਰੰਥੀ ਸਾਹਿਬਾਨ ਅਸੀਂ ਇੱਕ ਬਣ ਲਿਆ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ, ਅਰਦਾਸ ਕਰਦਾ, बिल्कुल, ਵੀ ਜਿਹੜੇ ਅਖੰਡ ਪਾਠ ਪ੍ਰਾਰੰਭ ਕਰਦਾ ਸਮਾਜ, ਅਸੀਂ ਗ੍ਰੰਥੀ ਉਹਨੂੰ ਕਹਿਣ ਲੱਗ ਪਏ ਆ, ਉਹਨੂੰ ਕਿਹਾ ਜਾਣ ਲੱਗ ਪਏ ਆ। बिल्कुल, ਔਰ ਜਿਸ ਵੀ, ਕਿਉਂਕਿ ਅੱਜ ਡੇਰੇ ਵੱਖੋ ਵੱਖਰੇ ਡੇਰੇ ਆ, ਸੰਪਰਦਾਵਾਂ ਹੈਗੀਆਂ, ਜਥੇਬੰਦੀਆਂ ਹੈਗੀਆਂ, ਗੁਰਦੁਆਰੇ ਆ, ਔਰ ਹਰ ਇੱਕ ਦਾ ਆਪੋ ਆਪਣਾ ਜਿਹੜਾ ਉਹ ਵਿਵਹਾਰ ਆ, ਉਹਨਾਂ ਦੀ ਮਰਿਆਦਾ ਬਣਾਈ ਆ, ਆਪਣੇ ਢੰਗ ਨਾਲ ਉਹ ਜਿਹੜਾ ਉਹਨੂੰ ਚਲਾ ਰਹੇ ਆ। जी, ਤੇ ਉਹ ਜਿਹੜਾ ਗ੍ਰੰਥੀ ਸਿੰਘ ਰੱਖਦੇ ਆ, ਉਹ ਵੀ ਉਹਨਾਂ ਦੀ ਜੋ ਉਹਨਾਂ ਦੀ ਨੀਤੀ ਆ, ਜੋ ਉਹ ਸਿੱਖੀ ਸਮਝਦੇ ਆ, ਰਹਿਤ ਸਮਝਦੇ ਆ ਕਿ ਗੁਰੂ ਸਾਡੇ ਨੇ ਆਖਿਆ, ਉਹਨਾਂ ਨੂੰ ਉਹੀ ਕੁਝ ਫਾਲੋ ਕਰਨਾ ਪੈਂਦਾ, ਉਹ ਕਰ ਰਹੇ ਆ। ਇਸ ਲਈ ਅੱਜ ਦੇ ਗ੍ਰੰਥੀ ਸਿੰਘਾਂ ਨੂੰ ਅਸੀਂ ਪੁਰਾਤਨ ਸਿੱਖਾਂ ਨਾਲ ਉਹਨਾਂ ਨਾਲ ਕੋਈ ਤਾਲਮੇਲ ਨਹੀਂ ਇਹਨਾਂ ਦਾ। ਜਿਸ ਅਸੀਂ ਪਹਿਲੇ ਇੱਕ ਪ੍ਰੋਗਰਾਮ ਗੱਲ ਕੀਤੀ ਵੀ ਸੀ ਕਿ ਅੱਜ ਜਿਹੜਾ ਗ੍ਰੰਥੀ ਸਿੰਘ ਆ, ਭਾਵੇਂ ਅੱਜ ਸਾਰੇ ਜਦੋਂ ਵੀ ਗ੍ਰੰਥੀ ਸਿੰਘ ਦੀ ਗੱਲ ਕਰਦੇ ਆ, ਜਿੰਨੇ ਵੀ ਵਿਦਵਾਨ ਸੱਜਣ ਕਰਦੇ ਆ, ਉਹ ਬਾਬਾ ਬੁੱਢਾ ਜੀ ਤੋਂ ਸ਼ੁਰੂ ਕਰਦੇ ਆ, ਪਰ ਬਾਬਾ ਬੁੱਢਾ ਜੀ ਇਸ ਕੈਟਾਗਰੀ ਵਿੱਚ ਨਹੀਂ ਆਉਂਦੇ। अच्छा, ਜਿਹੜੀ ਅਸੀਂ ਜੋ ਅੱਜ ਗ੍ਰੰਥੀ ਸਿੰਘ ਦੀ अज दी कैटेगरी, ਜਿਹਦੀ ਅੱਜ ਜਿਹੜੀ ਆ, ਜਿਹੜੇ ਪਹਿਲੇ ਸੀ ਭਾਈ ਮਨੀ ਸਿੰਘ ਜੀ, ਥੋੜ੍ਹਾ ਚਿਰ ਬਾਅਦ ਵੀ ਜਿਹੜੇ ਗ੍ਰੰਥੀ ਸਿੰਘ ਹੁੰਦੇ ਸੀਗੇ, ਉਹ ਪੂਰਨ ਤੌਰ ਤੇ ਗੁਰੂ ਨੂੰ ਸਮਰਪਣ ਸ਼ਖਸੀਅਤਾਂ ਹੁੰਦੀਆਂ ਸੀਗੀਆਂ। पूर्ण तौर पे ਪੂਰਨ ਤੌਰ ਤੇ तन ਉਹਨਾਂ मन ਨੂੰ धन
ਸਭ ਸੌਂਪ ਗੁਰ ਕੋ। ਉਹ ਉਹਨਾਂ ਨੂੰ ਜਿਹੜਾ ਸੌਂਪੇ ਹੁੰਦਾ ਸੀਗਾ। ਹਾਂਜੀ। ਔਰ ਉਹਨਾਂ ਅੰਦਰ ਇੱਕੋ ਲਾਲਸਾ ਹੁੰਦੀ ਸੀ ਕਿ ਮੈਂ ਆਪਣੇ ਗੁਰੂ ਦੇ ਸੱਚ ਨੂੰ ਸੰਗਤਾਂ ਤੱਕ ਪਹੁੰਚਾਉਣਾ। ਇਸ ਲਈ ਜੀ ਉਹਨਾਂ ਨੂੰ ਜੋ ਵੀ ਕੁਰਬਾਨੀ ਕਰਨੀ ਪੈਂਦੀ ਉਹ ਹਮੇਸ਼ਾ ਤਤਪਰ ਰਹਿੰਦੇ ਸੀ। ਜਿਹੜੀਆਂ ਮਾਈਕ ਔਕਣ ਆਉਂਦੀਆਂ ਸੀਗੀਆਂ ਹੱਸ ਹੱਸ ਕੇ ਪ੍ਰਵਾਨ ਕਰਦੇ ਸੀਗੇ। ਜੇ ਕੋਈ ਵਿਰੋਧ ਹੁੰਦਾ ਸੀਗਾ ਉਹਦਾ ਖਿੜੇ ਮੱਥੇ ਉਹ ਸਾਹਮਣਾ ਕਰਦੇ ਸੀਗੇ। ਜੇ ਕੋਈ ਹੋਰ ਰੁਕਾਵਟ ਆਉਂਦੀ ਸੀ ਤਾਂ ਉਹ ਟਸ ਤੋਂ ਮਸ ਨਹੀਂ ਸੀ ਹੁੰਦੇ। ਫਿਰ ਨਾ ਕੋਈ ਲਾਲਚ ਨਾ ਡਰ ਉਹਨਾਂ ਦੇ ਰਸਤੇ 'ਚ ਰੁਕਾਵਟ ਬਣਦਾ ਸੀ। ਉਹ ਪ੍ਰਬੰਧਕ ਵੀ ਹੁੰਦੇ ਸੀਗੇ ਜਿਹੜੇ ਇਵਨ ਭਾਈ ਕਾਹਨ ਸਿੰਘ ਨਾਭਾ ਜੀ ਨੇ ਜਿਹੜਾ ਗੱਲ ਕੀਤੀ ਆ ਵੀ ਧਰਮਸ਼ਾਲੀਆ ਕੌਣ ਹੋਵੇ। ਪਰ ਉੱਥੇ ਮੈਂ ਥੋੜ੍ਹੀ ਗੱਲ ਹੋਰ ਅੱਗੇ ਤੋਰਨਾ ਚਾਹੁੰਦਾ ਕਿ ਉਹਨਾਂ ਨੇ ਜੋ ਧਰਮਸ਼ਾਲੀ ਸੀ ਆਮ ਤੌਰ 'ਤੇ ਧਰਮਸ਼ਾਲੀਆ ਗ੍ਰੰਥੀ ਨੂੰ ਸਮਝ ਲੱਗ ਪਏ ਅੱਜ। ਪਰ ਉਹਨਾਂ ਸਮਿਆਂ ਵੀ ਸੀਗਾ ਉਦੋਂ ਥੋੜ੍ਹੀ ਥੋੜ੍ਹੀ ਟਾਈਮ ਅਜੇ ਇਹ ਰੋਸ਼ਨੀ ਸੀਗੀ ਕਿ ਧਰਮਸ਼ਾਲੀਆ ਹੀ ਪ੍ਰਬੰਧਕ ਹੁੰਦਾ ਸੀ, ਪ੍ਰਚਾਰਕ ਹੁੰਦਾ ਸੀਗਾ। ਸਾਰਾ ਕੁਝ ਦੇਖਭਾਲ ਕਰਨ ਲਈ ਮੁੱਖ ਜ਼ਿੰਮੇਵਾਰੀ ਉਹਦੀ ਹੁੰਦੀ ਸੀ ਧਰਮਸ਼ਾਲੀਆ। ਇਸ ਲਈ ਜਿਹੜਾ ਉਹ ਕਿਸੇ ਨੂੰ ਕੀ ਦੇਣਾ, ਕਿਹਦੀ ਸਹਾਇਤਾ ਕਰਨੀ ਆ, ਪ੍ਰਚਾਰ ਕਰਨਾ, ਉਹ ਸਾਰਾ ਉਹਦੀ ਜ਼ਿੰਮੇਵਾਰੀ ਹੁੰਦੀ ਸੀ। ਅੱਜ ਦੇ ਗ੍ਰੰਥੀ ਸਿੰਘ ਦੀ ਗੋਲਕ ਉਹਦੇ ਕਬਜ਼ੇ ਵਿੱਚ ਨਹੀਂ। ਗ੍ਰੰਥੀ ਸਿੰਘ 1 ਰੁਪਈਆ ਕਿਸੇ ਨੂੰ ਦੇਣਾ ਚਾਹੇ ਗੋਲ 'ਚੋਂ ਨਹੀਂ ਦੇ ਸਕਦਾ। ਬਿਲਕੁਲ। ਇਸ ਲਈ ਅਸੀਂ ਉਹਨਾਂ ਨਾਲ ਕਿਵੇਂ ਮਿਲਾ ਸਕਦੇ ਹਾਂ। ਅੱਜ ਦਾ ਜੇ ਧਰਮਸ਼ਾਲਾ ਮੰਨ ਲਓ ਗੁਰਦੁਆਰੇ ਕੋਈ ਆ ਕੇ ਕਿ ਮੈਂ ਇਸ ਤਰ੍ਹਾਂ ਨਾਲ ਸੇਵਾ ਕਰਾਂ, ਚਾਹੇ ਇੱਕ ਸੰਗਤਾਂ ਇਸ ਤਰ੍ਹਾਂ ਨਾਲ ਸੇਵਾ ਕਰਨ। ਮੈਨੂੰ ਯਾਦ ਆ ਚਿਰ ਹੋਇਆ ਮੈਂ ਉਦੋਂ ਕਲਕੱਤੇ ਸੀ, ਮਸਕੀਨ ਜੀ ਉੱਥੇ ਗਏ ਅਤੇ ਮਸਕੀਨ ਜੀ ਨੇ ਕਥਾ ਕਰਦਿਆਂ ਕਿਹਾ ਕਿ ਬਾਬਾ ਬੁੱਢਾ ਜੀ ਵਰਗੇ ਗ੍ਰੰਥੀ ਕਿੱਥੇ ਅੱਜ, ਭਾਈ ਗੁਰਦਾਸ ਜੀ ਵਰਗੇ ਪ੍ਰਚਾਰਕ ਕਿੱਥੇ। ਅਤੇ ਮੈਂ ਬਾਅਦ ਵਿੱਚ ਉਹਨਾਂ ਨੂੰ ਕਮਰੇ 'ਚ ਗਿਆ, ਬੇਨਤੀ ਕੀਤੀ। ਮੈਂ ਕਿਹਾ ਮਸਕੀਨ ਜੀ ਵੀ ਤੁਸੀਂ ਜਿਹੜਾ ਟਾਪਿਕ ਛੁਇਆ ਸੀਗਾ ਬੜਾ ਵਧੀਆ ਟਾਪਿਕ ਸੀਗਾ, ਪਰ ਬੇਨਤੀ ਇਹ ਹੈ ਕਿ ਜੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਰੱਖੂ ਕੌਣ ਅੱਜ। ਜੇ ਅੱਜ ਬਾਬਾ ਬੁੱਢਾ ਜੀ ਮੰਨ ਲਓ ਮੌਜੂਦ ਆਉਂਦੇ ਆ ਤੁਸੀਂ ਤਾਂ ਜ਼ਿਆਦਾ ਵਿਚ ਰਹੇ ਹੋ, ਦੁਨੀਆ ਭਰ 'ਚ ਵਿਚ ਰਹੇ ਹੋ, ਤੁਹਾਡੀ ਨਜ਼ਰਾਂ ਕੋਈ ਐਸਾ ਗੁਰਦੁਆਰਾ ਹੈ ਕਿ ਜਿੱਥੇ ਬਾਬਾ ਬੁੱਢਾ ਜੀ ਵੀ ਗ੍ਰੰਥੀ ਰਹਿ ਜਾਣ। ਭਾਈ ਗੁਰਦਾਸ ਵਰਗੇ ਪ੍ਰਚਾਰਕ ਜਿਹੜੇ, ਮੈਂ ਤੁਸੀਂ ਖੁਦ ਪ੍ਰਚਾਰਕ ਹੋ, ਤੁਸੀਂ ਵਿਚਰਦੇ ਹੋ, ਕੀ ਭਾਈ ਗੁਰਦਾਸ ਨੂੰ ਅੱਜ ਦਾ ਜਿਹੜੀ ਸਟੇਜ ਆ ਉਹ ਮਿਲੂਗੀ। ਖੈਰ ਫਿਰ ਉਹ ਕਿਉਂਕਿ ਉਹਨਾਂ ਦਾ ਜਜ਼ਬਾ ਬਹੁਤ ਸੀਗਾ। ਫਿਰ ਉਹਨਾਂ ਮੈਨੂੰ ਕਈ ਗੱਲਾਂ ਸੁਣਾਈ ਜੋ ਉਹਨਾਂ ਨੇ ਵੇਖੀਆਂ ਸੀਗੀਆਂ। ਕਹਿੰਦੇ ਸਾਡਾ ਤਾਂ ਬੇੜਾ ਗਰਕ ਹੋਇਆ ਪਿਆ ਆ। ਅਤੇ ਉਹਨਾਂ ਨੇ ਆਪ ਫਿਰ ਇਸ ਗੱਲ ਨੂੰ ਮੰਨਿਆ। ਇਸ ਲਈ ਅਸੀਂ ਆਮ ਕਹਿ ਦਿੰਦੇ ਹਾਂ ਅੱਜ ਵੀ ਤੁਸੀਂ ਮਾਹੌਲ ਦੇਖੀਏ ਕਿ ਅੱਜ ਅਸੀਂ ਗ੍ਰੰਥੀ ਕਿਹਨੂੰ ਕਹਿੰਦੇ ਕਿਹਨੂੰ ਆ ਔਰ ਕੌਣ ਇਸ ਫੀਲਡ ਵਿੱਚ ਆਇਆ ਕੌਣ ਆ। ਪਹਿਲੀ ਗੱਲ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਅੱਜ ਗ੍ਰੰਥੀ ਜਿਹੜਾ ਆ ਰਿਹਾ ਉਹ ਕੋਈ ਇਸ ਭਾਵਨਾ ਨਾਲ ਨਹੀਂ ਆ ਰਿਹਾ ਕਿ ਉਹਦੇ ਅੰਦਰ ਇੱਕ ਉਤਸ਼ਾਹ ਜਜ਼ਬਾ ਕਿ ਮੈਂ ਸਿੱਖੀ ਦੀਆਂ ਕਦਰੋ ਕੀਮਤਾਂ ਨੂੰ ਪ੍ਰਚਾਰਨਾ। ਅੱਜ ਇਸ ਮਾਫ਼ ਕਰਨਾ ਮੈਂ ਖੁਦ ਗ੍ਰੰਥੀ ਹਾਂ, ਅੱਜ ਇਹ ਭਾਵਨਾ ਨਹੀਂ। ਅੱਜ ਇਸ ਨਾਲ ਆਮ ਲੋਕਰੀ ਤਲਾਸ਼ ਵਿੱਚ ਆਦਮੀ ਵਿਅਕਤੀ ਨਿਕਲਦਾ, ਰੋਜ਼ੀ ਰੋਟੀ ਦਾ ਮਸਲਾ ਹੁੰਦਾ। ਅੱਜ ਵੀ ਗ੍ਰੰਥੀ ਸਿੰਘ ਜਿਹੜਾ ਉਹ ਇਸੇ ਲਈ ਇਸ ਖੇਤਰ ਵਿੱਚ ਆਉਂਦਾ ਤਾਂ ਕਿ ਰੋਜ਼ੀ ਰੋਟੀ ਦਾ ਮਸਲਾ ਹੱਲ ਹੋ ਜਾਵੇ। ਔਰ ਸਾਡੀ ਇੱਕ ਬਦਕਿਸਮਤੀ ਇਹ ਆ ਕਿ ਰੋਜ਼ੀ ਰੋਟੀ ਤਾਂ ਸਾਰੇ ਕਮਾਉਂਦੇ ਆ, ਪਰ ਇਸ ਖੇਤਰ ਵਿੱਚ ਜਿਹੜਾ ਕਿਤੇ ਵੀ ਫਿੱਟ ਨਹੀਂ ਆਉਂਦਾ ਉਹ ਫਿਰ ਘਰ ਦੇ ਵੀ ਕਹਿਣ ਲੱਗ ਪੈਂਦੇ ਚੱਲ ਤੂੰ ਕੋਈ ਕੰਮ ਕਰਨ ਜੋਗਾ ਨਹੀਂ, ਗੁਰਦੁਆਰੇ ਬਹਿ ਜਾ। ਇੱਕ ਮਿੰਟ ਜੀ, ਇੱਕ ਮਿੰਟ ਮੈਂ ਤੁਹਾਨੂੰ ਇੱਥੇ ਥੋੜ੍ਹਾ ਜਿਹਾ ਟੋਕਾਂ। ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਮੈਂ ਕਈ ਵਾਰੀ ਐਗਜ਼ਾਮਪਲ ਵੀ ਦਿੰਦਾ ਹੁੰਦਾ। ਮੇਰੇ ਕੋਲ ਇੱਕ ਵਾਰੀ ਇੰਪਲਾਈ ਸੀ, ਕੰਮ ਕਰਦਾ ਸੀ, ਕਿਉਂਕਿ ਨਾਲ ਢੁਕਵੀਂ ਉਦਾਹਰਨ ਦੇਣੀ ਬਹੁਤ ਜ਼ਰੂਰੀ ਹੈ। 4 ਸਾਲ ਦੀ ਕੰਮ ਕਰਦੇ ਨੇ ਉਹਨੇ, ਡਿਗਰੀ ਫਿਨਿਸ਼ ਕੀਤੀ। ਡਿਗਰੀ ਫਿਨਿਸ਼ ਕਰਨ ਤੋਂ ਬਾਅਦ ਕਹਿਣ ਲੱਗੇ ਆ ਮਿਸਟਰ ਸਿੰਘ ਆਈ ਐਮ ਲੀਵਿੰਗ। ਮੈਂ ਕਿਹਾ ਵੀ ਵਾਟ ਹੈਪਨ। ਕਹਿੰਦਾ ਮੈਂ ਆਪਣੀ ਡਿਗਰੀ ਫਿਨਿਸ਼ ਕਰ ਲਈ, UBC ਦੇ ਵਿੱਚ ਡਿਗਰੀ ਕਰ ਰਿਹਾ ਸੀ, ਮੈਨੂੰ ਬੜਾ ਵਧੀਆ ਪੈਕੇਜ ਮਿਲ ਗਿਆ। ਮੈਂ ਕਿਹਾ ਜੀ ਵਾਟ ਵਾਰ ਯੂ ਡੂਇੰਗ, ਕੀ ਕੀਤਾ ਤੂੰ। ਉਹ ਕਹਿੰਦਾ ਆਈ ਬਿਕੇਮ ਪ੍ਰੀਸਟ। ਮੈਂ ਕਿਹਾ ਵਾਟ, ਤੂੰ 4-5 ਸਾਲ ਪ੍ਰੀਸਟ ਦੀ ਡਿਗਰੀ 'ਤੇ ਲਾਇਆ। ਕਹਿੰਦਾ ਯੈਸ। ਮੈਂ ਮਾਰੇ ਆਪਣੇ ਮੱਥੇ ਦੇ ਉੱਤੇ ਹੱਥ। ਤੁਹਾਡੇ ਵਾਲੀ ਗੱਲ, ਸਾਡੇ ਭਾਈ ਜੀ ਗ੍ਰੰਥੀ ਬਾਬਾ ਬਣਦਾ ਹੀ ਉਹੀ ਹੈ ਜਿਹੜਾ ਘਰ ਦੇ ਵਿੱਚੋਂ ਨਕਾਰੇ ਆ। ਜਿਹਨੂੰ ਕੋਈ ਕੰਮ ਘਰ ਦੇ ਵਿੱਚ ਮਿਲਿਆ ਨਹੀਂ, ਜਿਹੜਾ ਬੇਕਾਰ ਹੋ ਗਿਆ, ਉਹਨੂੰ ਕਹਿੰਦੇ ਜਾ ਤੂੰ ਭਾਈ ਬਣ ਜਾ। ਕਿਤੇ ਤੁਸੀਂ ਇਹੋ ਜਿਹੇ ਭਾਈ ਤਾਂ ਨਹੀਂ ਬਣੇ ਜੀ। ਆਪਣੇ ਬਾਰੇ ਜ਼ਰੂਰ ਦੱਸੋ ਹੁਣ, ਕਿਉਂਕਿ ਤੁਸੀਂ ਗ੍ਰੰਥੀ ਸਿੰਘ ਹੋ, ਤੁਸੀਂ ਇਹ ਗੱਲ ਸ਼ੁਰੂ ਕੀਤੀ, ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗਾ। ਦੇਖੋ ਮੈਂ ਤੁਹਾਨੂੰ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਜੋ ਮੈਨੂੰ ਸਮਝ, ਜਿਵੇਂ ਮੈਨੂੰ ਖੁਦ ਪਤਾ ਆਪਣੇ ਆਪ 'ਚ ਮੈਂ ਕਿਉਂ ਬਣਿਆ ਜੀ, ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਸੀ ਜੀ। ਮੇਰੇ ਇੱਕ ਰਿਸ਼ਤੇਦਾਰਾਂ 'ਚੋਂ ਸੀ, ਉਹ ਰਾਗੀ ਸਿੰਘ ਸੀਗੇ।
ਜੀ ਜਦੋਂ ਕੀਰਤਨ ਕਰਦੇ ਸੀ ਮੈਨੂੰ ਬੜੇ ਚੰਗੇ ਲੱਗਦੇ ਸੀ ਹੂੰ ਤੇ ਮੇਰੇ ਮਨ 'ਚ ਆਇਆ ਕਿ ਮੈਂ ਵੀ ਇਦਾਂ ਦਾ ਬਣਾ। ਹੂੰ ਨਾ ਉਹਦੇ ਨੌਕਰੀ ਦਾ ਨਾ ਮਸਲਾ ਸੀ, ਨਾ ਕੋਈ ਮੈਂ ਸਮਝ ਵੀ ਕੁਝ ਨਹੀਂ ਸੀ। ਹੂੰ ਫਿਰ ਖੈਰ ਜਦੋਂ ਵੱਡਾ ਹੋਇਆ ਤੇ ਫਿਰ ਖੈਰ ਰੋਜ਼ੀ ਰੋਟੀ ਦਾ ਫਿਕਰ ਤੇ ਪੈਣਾ ਸੁਭਾਵਿਕ ਆ। ਜੀ ਤੇ ਮੈਂ ਕੋਈ ਹੋਰ ਪੇਸ਼ਾ ਚੁਣਨ ਦੀ ਬਜਾਏ ਹੂੰ ਮੈਂ ਚੁਣਿਆ, ਪਹਿਲਾਂ ਮੈਂ ਫੌਜੀ ਭਰਤੀ ਹੋਣ ਲਈ ਗਿਆ, ਭਰਤੀ ਵੀ ਹੋ ਗਿਆ। ਪਰ ਮੇਰੇ ਹੱਥ 'ਚ ਦੱਦਰ ਸੀ। ਉਹ ਡਾਕਟਰ ਕਹਿਣ ਲੱਗਾ ਵੀ ਤੁਸੀਂ ਇੱਦਾਂ ਕਰੋ ਵੀ ਅਗਲੇ ਹਫਤੇ ਆ ਜਾਣਾ ਦਵਾਈ ਲਾ ਕੇ। ਹੂੰ ਜਦੋਂ ਮੈਂ ਦੂਜੇ ਹਫਤੇ ਗਿਆ ਤਾਂ ਮੈਨੂੰ ਗੇਟ ਤੋਂ ਬਾਹਰ ਕੱਢਤਾ ਉਹਨਾਂ ਨੇ, ਮੇਰੀ ਥਾਂ ਕੋਈ ਹੋਰ ਰੱਖ ਲਿਆ ਹੋਣਾ। ਜੀ ਮੈਂ ਉਸੇ ਵੇਲੇ ਫਿਰ ਉਹ ਮਿਸ਼ਨਰੀ ਕਾਲਜ ਚਲਾ ਗਿਆ, ਸੁਣਿਆ ਹੋਇਆ ਸੀਗਾ। ਕਿਹੜਾ ਕਾਲਜ ਹੈ? ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿੱਚ ਆ। ਸ਼ਹੀਦ ਸਿੱਖ ਮਿਸ਼ਨਰੀ ਕਾਲਜ। ਹਾਂਜੀ। ਅੱਛਾ ਜੀ। ਮੈਂ ਉੱਥੇ ਮੈਂ ਕਿਹਾ ਚਲੋ ਇੱਥੇ ਦੇਖਦੇ ਹਾਂ। ਪਤਾ ਕੀਤਾ ਕਹਿੰਦੇ ਵੀ 1-2 ਅਗਲੇ ਮਹੀਨੇ ਜਿਹੜੇ ਦਾਖਲਾ ਸ਼ੁਰੂ ਹੋਣਾ ਤੇ ਤੁਹਾਡੀ ਪਹਿਲਾਂ ਇੰਟਰਵਿਊ ਹੋਣੀ ਆ। ਤੇ ਮੈਂ ਖੈਰ ਉੱਥੇ ਐਪਲੀਕੇਸ਼ਨ ਜਿਹੜੀ ਭਰ ਕੇ ਦੇ ਦਿੱਤੀ। ਜੀ। ਤੇ ਫਿਰ ਮੈਨੂੰ ਖੈਰ ਉਦੋਂ ਉਹਨੇ ਸਮਝ ਵੀ ਨਹੀਂ ਸੀ। ਜੀ। ਖੈਰ ਮਨ ਵਿੱਚ ਲੱਗਣ ਜ਼ਰੂਰ ਸੀਗੀ, ਪਰ ਉਦੋਂ ਇੰਨਾ ਨਹੀਂ ਸੀ ਕਿ ਰੋਜ਼ੀ ਰੋਟੀ ਹੀ ਕਮਾਉਣੀ ਆ। ਹੂੰ ਪਰ ਖੈਰ ਜਦੋਂ ਅੱਗੇ ਲੋੜਾਂ ਵਧੀਆਂ, ਅੱਗੋਂ ਪਹਿਲਾਂ ਸ਼ੌਂਕ ਸੀਗਾ, ਪਰ ਇੰਨਾ ਸ਼ਿੱਦਤ ਨਾਲ ਉਹ ਸ਼ੌਂਕ ਪੈਦਾ ਨਹੀਂ ਸੀ ਹੋਇਆ ਜੇ। ਪਰ ਜੇ ਆਮ ਜਿੱਦਾਂ ਸ਼ੁਗਲ ਮੇਲਾ ਜਦੋਂ ਹੁੰਦਾ ਸੀ, ਸ਼ੁਗਲ ਮੇਲਾ ਇਸ ਲਈ ਕਹਿ ਰਿਹਾ ਕਿ ਉਦੋਂ ਉਹਨੂੰ ਗਹਿਰਾਈ ਵਿੱਚ ਇਹਨੂੰ ਕਦੇ ਸੋਚਿਆ ਨਹੀਂ ਸੀਗਾ। ਕਿੰਨੇ ਸਾਲ ਫਿਰ ਉੱਥੇ? ਮੈਂ 2 ਸਾਲ ਉੱਥੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਿੱਚ ਜਿਹੜਾ ਕੋਰਸ ਕੀਤਾ। ਫਿਰ ਮੇਰੇ ਮਨ 'ਚ ਸ਼ੌਂਕ ਪੈਦਾ ਹੋਇਆ ਕਿ ਨਹੀਂ ਮੈਂ ਹੋਰ ਪੜ੍ਹਾਂ। ਜੀ। ਫਿਰ ਮੈਂ ਸੰਗੀਤ ਵਿਦਿਆ ਸਿੱਖਣੀ ਚਾਹੀ। ਅੱਛਾ। ਪਰ ਮੈਨੂੰ ਦੁਬਾਰਾ ਉਹਨਾਂ ਨੇ ਦਾਖਲ ਨਾ ਕੀਤਾ, ਕਿਉਂਕਿ ਉਹ ਕਹਿਣ ਲੱਗੇ ਵੀ ਦੁਬਾਰਾ ਜਿਹੜਾ ਸਟੂਡੈਂਟ ਅਸੀਂ ਇੱਥੇ ਦਾਖਲ ਨਹੀਂ ਕਰਦੇ। ਜੀ। ਫਿਰ ਮੈਨੂੰ ਪ੍ਰਿੰਸੀਪਲ ਹਰਭਜਨ ਸਿੰਘ ਹੋਰੀ ਹੁੰਦੇ ਸੀਗੇ, ਉਹਨਾਂ ਨੇ ਬੁੱਢਾ ਜੋੜ ਇਹਦੀ ਸ਼ਾਖ ਸੀਗੀ, ਮੈਨੂੰ ਕਹਿੰਦੇ ਉੱਥੇ ਪਾਰਟ ਟਾਈਮ ਪੜ੍ਹਾਉਣ ਦੀ ਲੋੜ ਆ, ਤੂੰ ਉੱਥੇ ਚਲਾ ਜਾ ਤੇ ਨਾਲ ਤੁਸੀਂ ਸਿੱਖ ਵੀ ਲਈ। ਤੇ ਮੈਂ ਬੁੱਢਾ ਜੋੜ ਚਲਾ ਗਿਆ, ਮੈਂ ਪਾਰਟ ਟਾਈਮ ਪੜ੍ਹਾਇਆ ਗ੍ਰੰਥੀ ਕਲਾਸ ਨੂੰ, ਨਾਲ ਮੈਂ ਥੋੜ੍ਹਾ ਬਹੁਤ ਸਿੱਖ ਤਾਂ ਨਾ ਸਕਿਆ, ਪਰ ਮੈਨੂੰ ਸ਼ੌਂਕ ਇੰਨਾ ਪੈਦਾ ਹੋ ਗਿਆ ਕਿ ਮੈਂ ਫਿਰ ਇੱਧਰ ਲੱਗ ਗਿਆ। ਫਿਰ ਉੱਥੋਂ ਹੀ ਮੈਂ ਅਪਲਾਈ ਕੀਤਾ ਇੱਕ ਅਖਬਾਰ 'ਚੋਂ ਪੜ੍ਹ ਕੇ, ਕਲਕੱਤੇ ਬੜਾ ਸਿੱਖ ਸੰਗਤ ਇਤਿਹਾਸਕ ਗੁਰਦੁਆਰਾ, ਬੜਾ ਸਿੱਖ ਸੰਗਤ। ਹਾਂਜੀ। ਤੇ ਉਹਨਾਂ ਨੇ ਮੈਨੂੰ ਇੰਟਰਵਿਊ 'ਚ ਬੁਲਾ ਲਿਆ। ਫਿਰ ਮੈਂ ਉੱਥੇ ਗ੍ਰੰਥੀ ਜਿਹੜਾ ਉਹ ਡਿਊਟੀ ਨਿਭਾਈ। ਅਕਾਦਮਿਕ ਤੌਰ ਤੇ ਦੁਨਿਆਵੀ ਵਿੱਦਿਆ ਵੀ ਪ੍ਰਾਪਤ ਕੀਤੀ ਨਾਲ? ਜੀ, ਮੈਂ ਮੈਟਰ ਤੋਂ ਬਾਅਦ ਗਿਆਨੀ ਕੀਤੀ, ਉਸ ਤੋਂ ਬਾਅਦ ਫਿਰ ਮੈਂ ਪੰਜਾਬੀ ਦੀ MA ਕੀਤੀ ਆ। ਪੰਜਾਬੀ ਦੀ MA? ਹਾਂਜੀ। ਸੋ ਤੁਸੀਂ ਗਿਆਨੀ ਕੀਤੀ, ਫਿਰ ਤਾਂ ਤੁਹਾਨੂੰ ਗਿਆਨੀ ਕਿਹਾ ਜਾ ਸਕਦਾ? ਦੇਖੋ ਮੈਂ ਕਿਉਂਕਿ ਗੁਰਬਾਣੀ ਪੜ੍ਹਨ ਵਾਲਾ ਬੰਦਾ ਹਾਂ, ਜਦੋਂ ਗੁਰਬਾਣੀ ਪੜ੍ਹਦਾ ਤਾਂ ਮੈਨੂੰ ਗਿਆਨੀ ਆਪਣੇ ਆਪ ਨੂੰ ਅਖਾਉਣ ਲੱਗੇ ਸ਼ਰਮ ਮਹਿਸੂਸ ਹੁੰਦੀ ਆ। ਇਸ ਲਈ ਮੈਂ ਅੱਜ ਤੱਕ ਆਪਣੇ ਜ਼ੁਬਾਨ ਨਾਲ ਕਦੇ ਗਿਆਨੀ ਸ਼ਬਦ ਨਹੀਂ ਵਰਤਿਆ। ਮੈਂ ਦੂਜਾ ਕੋਈ ਕਹਿ ਲਵੇ, ਪਰ ਮੇਰੀ ਕੋਸ਼ਿਸ਼ ਉਹਨਾਂ ਨੂੰ ਕਹਿਣ ਦੀ ਤੁਸੀਂ ਗਿਆਨੀ ਸ਼ਬਦ ਨਾ ਵਰਤੋ। ਮੈਨੂੰ ਭਾਈ ਸਾਹਿਬ ਬੜਾ ਪਿਆਰਾ ਸ਼ਬਦ ਲੱਗਦਾ, ਇਸ ਲਈ ਮੈਂ ਆਪਣੀ ਜ਼ੁਬਾਨ ਨਾਲ ਕਦੇ ਆਪਣੇ ਆਪ ਨੂੰ ਗਿਆਨੀ ਨਹੀਂ ਅਖਵਾਇਆ। ਕਿਉਂਕਿ ਮੈਂ ਜਦੋਂ ਗੁਰਬਾਣੀ ਪੜ੍ਹਦਾ ਦੇਖਦਾ ਗੁਰਬਾਣੀ 'ਚ ਗਿਆਨੀ ਕਿਹਨੂੰ ਆਖਿਆ ਆ, ਤੇ ਮੈਨੂੰ ਆਪਣੇ ਆਪ 'ਚ ਸ਼ਰਮ ਮਹਿਸੂਸ ਹੋਣ ਪੈਂਦੀ ਆ। ਮੁੜ ਕੇ ਆਪਾਂ ਉਸ ਵਿਸ਼ੇ 'ਤੇ ਆਈਏ ਕਿ ਉਹ ਗੱਲਾਂ ਦੇ ਵਿੱਚੋਂ ਕੁਦਰਤੀ ਗੱਲ ਨਿਕਲ ਗਈ ਤੇ ਫਰਜ਼ ਬਣਦਾ ਸੀ ਕਿ ਮੈਂ ਜ਼ਰੂਰ ਪੁੱਛਾਂ, ਫਿਰ ਢੁਕਵਾਂ ਸ਼ਬਦ ਕੀ ਹੈ? ਬਾਬਾ, ਗਿਆਨੀ, ਭਾਈ, ਗ੍ਰੰਥੀ ਜਾਂ ਗੁਰੂ ਦਾ ਵਜ਼ੀਰ? ਦੇਖੋ ਅੱਜ ਜਿਹੜਾ ਸ਼ਬਦ ਆ ਸਾਨੂੰ ਫਿਰ ਜਿਹੜੀ ਉਹ ਪੁਰਾਤਨ ਜਿਹੜੀ ਆਪਣੀ ਰਵਾਇਤਾਂ ਨੂੰ ਕਾਇਮ ਰੱਖਣਾ ਚਾਹੀਦਾ ਜੀ, ਕਿ ਅੱਜ ਜਿਹੜਾ ਕਿਸੇ ਵੀ ਗੁਰਦੁਆਰਾ ਸਾਹਿਬਾਨ ਦਾ ਜਿਹੜਾ ਮੁੱਖ ਸੇਵਾਦਾਰ ਆ, ਭਾਵੇਂ ਅਸੀਂ ਗ੍ਰੰਥੀ ਨੂੰ ਵੀ ਵਿਚਾਰੇ ਕਹਿ ਦਿੰਦੇ ਆ, ਵਿਚਾਰੇ ਇਸ ਲਈ ਸ਼ਬਦ ਵਰਤ ਰਹੇ ਕਿਉਂਕਿ ਉਹਨੂੰ ਨਹੀਂ ਪਤਾ ਕਿ ਹਾਲਾਤ ਅੰਦਰ ਕੀ ਆ। ਤੁਸੀਂ ਮਹਿਸੂਸ ਕਰਦੇ ਹੋ ਕਿ ਸ਼ਬਦ ਵਿੱਚ ਆ ਰਿਹਾ ਹੈ? ਮੈਂ ਮਹਿਸੂਸ ਕਰ ਰਿਹਾ, ਮੈਂ ਹੰਡਾਇਆ ਬਹੁਤ ਦਰਦ ਹੰਡਾਇਆ, ਇਸ ਲਈ ਮੈਂ ਪ੍ਰੈਕਟੀਕਲੀ ਕਹਿ ਰਿਹਾ ਜੋ ਮੈਂ ਜਾਣਦਾ ਇਸ ਫੀਲਡ ਬਾਰੇ। ਸ਼ਾਇਦ ਹੋਰ ਜਿਹੜੇ ਦੂਜੇ ਬੰਦੇ ਤੁਸੀਂ ਨਾ ਜਾਣਦੇ ਹੋਏ ਨਾ, ਪਰ ਇਸ ਦੂਜੇ ਪਾਸੇ ਜੋ ਸੇਵਾ ਅਸੀਂ ਇੱਥੇ ਰਹਿ ਕੇ ਕਰ ਸਕਦੇ ਹਾਂ, ਜਿੰਨੀ ਵਿਸ਼ਾਲ ਸੇਵਾ ਕਰ ਸਕਦੇ ਹਾਂ, ਸ਼ਾਇਦ ਉਹਨੇ ਹੋਰ ਖੇਤਰ ਜਿੰਨੀ ਸੇਵਾ ਨਾ ਸੰਭਵ ਹੋਵੇ। ਸੰਭਵ ਤਾਂ ਨਹੀਂ, ਪਰ ਮੁਸ਼ਕਿਲ ਜ਼ਰੂਰ ਆ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਉਹ ਨਿਭਾਈਆਂ ਜਾ ਸਕਦੀਆਂ। ਜਿਹੜਾ ਖਾਸ ਤੌਰ 'ਤੇ ਪ੍ਰਬੰਧਕ ਆ, ਉਹੀ ਇਹਨਾਂ ਜਿਹੜਾ ਵੈਲ ਐਜੂਕੇਟਡ ਹੋਵੇ ਗੁਰਬਾਣੀ ਪੱਖੋਂ ਵੀ, ਕਿ ਅਸਲ ਇਹ ਸ਼ਬਦ ਉਹਦੇ ਲਈ ਵਰਤਣੇ ਯੋਗ ਆ, ਜਿਹੜਾ ਕਿ ਇਹਨਾਂ ਯੋਗ ਹੋਵੇ, ਤਾਂ ਕਿ ਗ੍ਰੰਥੀ ਦੀ ਜਿਹੜੀ ਅੱਜ ਜਿਹੜੀ ਜੋ ਇੱਕ ਹਾਸੋਹੀਣੀ ਸਥਿਤੀ ਬਣ ਗਈ ਆ, ਅੱਜ ਗ੍ਰੰਥੀ ਸੁਣ ਕੇ ਕਿਸੇ ਦਾ ਮਨ ਝੁਕਦਾ ਨਹੀਂ, ਕਿਸੇ ਦੇ ਮਨ 'ਚ ਹੁਲਾਰਾ ਪੈਦਾ ਨਹੀਂ ਹੁੰਦਾ। ਅੱਜ ਕਮ ਤੋਂ ਕਮ ਲੋਕ ਜਾਣਦੇ ਆ ਕਿ ਇਹ ਤਾਂ ਇੱਕ ਮੁਲਾਜ਼ਮ ਆ, ਇਹਨਾਂ ਦੇ ਹੱਥ ਕੀ ਹੈ, ਇਸ ਲਈ ਆਮ ਕਹਿੰਦੇ ਇਹਨਾਂ ਦੇ ਹੱਥ ਕੀ ਹੈ, ਤੁਸੀਂ ਉਹਨਾਂ ਨਾਲ ਗੱਲ ਕਰੋ। ਇਸ ਲਈ ਚੰਗਾ ਹੋਵੇ ਕਿ ਇਹ ਸ਼ਬਦ ਜਿਹੜੇ ਆ, ਜਿਹੜੇ ਪ੍ਰਬੰਧਕ ਸਾਹਿਬਾਨ ਆ, ਉਹਨਾਂ ਵਿੱਚੋਂ ਐਸੇ ਲੋਕ ਜਿਹੜੇ ਹੋਣ, ਉਹ ਜਿਹੜੀ ਪੁਰਾਣੀ ਜਿਹੜੀ ਗੱਲ ਸੀਗੀ ਧਰਮਸ਼ਾਲੀ ਵਾਲੀ, ਉਹ ਲਿਆਉਣ ਦੀ ਲੋੜ ਆ। ਸ਼ਬਦਾਂ 'ਚ ਸ਼ਬਦ ਕੋਈ ਵਰਤੇ ਲੈ ਜਾਣ, ਸ਼ਬਦਾਂ ਦੀ ਕੋਈ ਗੱਲ ਨਹੀਂ ਗੀ, ਪਰ ਜੇ ਸ਼ਬਦਾਂ ਵਿੱਚ ਉਹ ਭਾਵ ਨਹੀਂ, ਉਹ ਸੁਗੰਧੀ ਨਹੀਂ, ਤਾਂ ਸ਼ਬਦ ਨਿਰੇ ਕੋਈ ਅਰਥ ਨਹੀਂ ਰੱਖਦੇ। ਫਿਰ ਇਸ ਲਈ ਚੰਗਾ ਹੋਵੇ ਜੇਕਰ ਅੱਜ ਧਰਮਸ਼ਾਲੀ ਸ਼ਬਦ ਉਹ ਲਿਆਂਦਾ ਜਾਏ ਔਰ ਉਹਨਾਂ ਲੋਕਾਂ ਲਈ ਵਰਤਿਆ ਜਾਏ ਜਿਨ੍ਹਾਂ ਲੋਕਾਂ ਦੇ ਹੱਥ ਵਿੱਚ ਕੰਟਰੋਲ ਆ, ਜਿਨ੍ਹਾਂ ਦੇ ਹੱਥ ਵਿੱਚ ਗੋਲਕ ਵੀ ਆ, ਮੈਨੇਜਮੈਂਟ ਵੀ ਬਾਕੀ ਕਰ ਰਹੇ ਆ, ਦੇਖਭਾਲ ਸਾਰੀ ਕਰ ਰਹੇ ਆ ਔਰ ਇੰਪਲਾਈ ਰੱਖ ਰਹੇ ਆ। ਜੇ ਉਹ ਧਰਮਸ਼ਾਲੀ ਚੰਗਾ ਹੋਊਗਾ
ਤਾਂ ਉਹ ਜਿਹੜਾ ਗ੍ਰੰਥੀ ਪ੍ਰਚਾਰਕ ਵੀ ਉਹ ਆਊਗਾ ਲਾਊਗਾ ਕਿ ਜਿਨ੍ਹਾਂ ਲੋਕਾਂ ਨੂੰ ਸਮਝ ਆਊਗੀ। ਸਾਨੂੰ ਉਹ ਫਿਰ ਲਿਆਉਣ ਦੀ ਲੋੜ ਆ। ਸ਼ਬਦ ਜਿਹੜੇ ਆ ਇਹਨਾਂ ਨੂੰ ਜੇ ਮੇਰੇ ਵਰਗੇ ਨੂੰ ਕਹਿਣ ਨਾਲ ਜਾਂ ਨਾ ਕਹਿਣ ਕੋਈ ਫਰਕ ਨਹੀਂ ਪੈਣ ਲੱਗਾ। ਇਸ ਲਈ ਜੇਕਰ ਅਸੀਂ ਉਹ ਚੀਜ਼ ਫਿਰ ਅਸੀਂ ਲਿਆਈਏ, ਕਿਉਂਕਿ ਜਿਹੜਾ ਧਰਮਸਾਲ ਦਾ ਜੋ ਸੰਕਲਪ ਸੀ, ਜੋ ਕਨਸੈਪਟ ਸੀਗਾ, ਉਹਨੂੰ ਉਭਾਰ ਸਕੀਏ। ਜੇ ਉਹ ਕਿਉਂਕਿ ਸਾਡੀ ਹੁਣ ਸਮੱਸਿਆ ਇਹ ਆ ਕਿ ਨਾ ਹੀ ਪ੍ਰਬੰਧਕ ਦੀ ਕੋਈ ਕੁਆਲੀਫਿਕੇਸ਼ਨ ਆ, ਨਾ ਹੀ ਗ੍ਰੰਥੀ ਸਿੰਘ ਦੀ ਕੁਆਲੀਫਿਕੇਸ਼ਨ ਆ, ਨਾ ਇਹ ਪੁੱਛਿਆ ਕੁਆਲੀਫਿਕੇਸ਼ਨ ਛੱਡੋ ਤੁਸੀਂ, ਇਹ ਵੀ ਨਹੀਂ ਪੁੱਛਿਆ ਜਾਂਦਾ, ਇਹ ਵੀ ਨਹੀਂ ਦੇਖਿਆ ਜਾਂਦਾ ਕਿ ਇਹ ਜਿਹੜਾ ਵਿਅਕਤੀ ਆ ਇਹ ਕਰੈਕਟਰ ਕਿਹੋ ਜਿਹਾ, ਇਹਦਾ ਪਿਛੋਕੜ ਕਿਹੋ ਜਿਹਾ, ਇਹਨਾਂ ਗੱਲਾਂ ਨੂੰ ਵੀ ਨਹੀਂ ਧਿਆਨ 'ਚ ਰੱਖਿਆ ਜਾਂਦਾ। ਜੇਕਰ ਅਸੀਂ ਇਹ ਪੱਖ ਸਾਹਮਣੇ ਰੱਖੀਏ, ਵਿਚਾਰੀਏ, ਤਾਂ ਬਹੁਤ ਕੁਝ ਸੁਧਾਰ ਹੋ ਸਕਦਾ। ਸਾਡੇ ਅਜੇ ਵੀ ਸਟਿਲ ਸਾਡੇ 'ਚ ਬਹੁਤ ਐਸੀਆਂ ਚੰਗੀਆਂ ਗੱਲਾਂ, ਸਾਡੀਆਂ ਪਰੰਪਰਾ ਜਿਹੜੀਆਂ ਕਿ ਅੱਜ ਵੀ ਜਿਹੜੀਆਂ ਉਹ ਦੂਜੇ ਨਾਲੋਂ ਵੱਖਰਾਪਣ ਜਿਹੜੀਆਂ ਉਹ ਸਾਹਮਣੇ ਪੁਕਾਰ ਕੇ ਦੱਸ ਰਹੀਆਂ, ਅਸੀਂ ਨਿਆਰੇ ਹਾਂ। ਇਸ ਲਈ ਚੰਗਾ ਹੋਵੇ ਕਿ ਜੇਕਰ ਉਹ ਜਿਹੜਾ ਪੁਰਾਣਾ ਸੰਕਲਪ ਆ ਉਹਨੂੰ ਫਿਰ ਉਭਾਰਿਆ ਜਾਏ, ਤਾਂ ਕਿ ਜਿਹੜਾ ਉਹ ਧਰਮਸ਼ਾਲੀ ਦਾ, ਚਾਹੇ ਉਹ ਭਾਈ ਸਾਹਿਬ ਦੇ ਰੂਪ ਵਿੱਚ ਹੋਵੇ, ਗ੍ਰੰਥੀ ਸਿੰਘ ਦੇ ਰੂਪ ਵਿੱਚ ਹੋਵੇ, ਤਾਂ ਕਿ ਉਹਦੇ ਲਈ ਸ਼ਬਦ ਵਰਤਿਆ ਜਾਏ, ਤਾਂ ਕਿ ਜਿਹੜੀ ਉਹ ਸਿੱਖੀ ਦੀ ਅਸਲ ਮਹਿਕ ਆ, ਕਿਉਂਕਿ ਉਹਨੇ ਜੇ ਮੰਨ ਲਓ ਹੁਣ ਮੇਰੇ ਕੋਲ ਕੋਈ ਲੋੜਵੰਦ ਆ ਜਾਂਦਾ ਤਾਂ ਮੇਰੀ ਸਮਰੱਥਾ ਨਹੀਂ, ਜੋ ਮੇਰੀ ਆਪਣੇ ਜੇਬ 'ਚ ਉਹ ਮੈਂ ਕਰ ਸਕਦਾ, ਪਰ ਮੈਂ ਗੁਰੂ ਕੀ ਗੋਲ 'ਚ ਇੱਕ ਡਾਲਰ ਨਹੀਂ ਦੇ ਸਕਦਾ। ਜੇ ਕੋਈ ਮਾਲ ਕੋਈ ਰਹਿਣਾ ਚਾਹਵੇ, ਯਾਨੀ ਕਿ ਧਰਮਸ਼ਾਲੀਏ ਕੋਲ ਇੱਦਾਂ ਦੇ ਅਧਿਕਾਰ ਹੋਣ ਜਿਹੜੇ ਉਸ ਸਮੇਂ ਪੂਰੇ ਪ੍ਰਬੰਧ ਵਾਲੇ, ਪੂਰੇ ਹਰ ਤਰ੍ਹਾਂ ਦੀ ਮਦਦ ਕਰਨ ਵਾਲੇ, ਔਰ ਬਕਾਇਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਸਲ ਜਿਹੜਾ ਸਿਧਾਂਤ ਹੈ ਉਹਨੂੰ ਪ੍ਰਚਾਰਨ ਵਾਲੇ ਹੋਣ। ਮਾਫ਼ ਕਰਨਾ, ਮੈਂ ਇੱਕ ਸ਼ਬਦ ਵਰਤਣ ਲੱਗਾ, ਵੈਸੇ ਹੀਆ ਜਿਹਾ ਨਹੀਂ ਪੈਂਦਾ, ਮੈਨੂੰ ਕਈ ਵਾਰੀ ਐਂ ਲੱਗਦਾ ਬਈ ਗ੍ਰੰਥੀ ਜਾਂ ਭਾਈ ਗੁਲਾਮ ਬਣਾ ਕੇ ਰੱਖੇ ਹੋਏ ਨੇ ਅੱਜ ਪ੍ਰਬੰਧਕਾਂ ਨੇ, ਮੈਨੂੰ ਇਉਂ ਲੱਗਦਾ। ਜਿਵੇਂ ਉਹ ਚਾਹੁੰਦੇ ਨੇ, ਜਿਵੇਂ ਪ੍ਰਬੰਧਕ ਚਾਹੁੰਦਾ ਹੈ, ਜੇ ਪ੍ਰਬੰਧਕ ਮੀਟ ਅਤੇ ਸ਼ਰਾਬ ਦੀ ਵਰਤੋਂ ਕਰ ਰਹੇ ਹੈ, ਉਹਨੇ ਕਹਿਣਾ ਕਿ ਭਾਈ ਸਾਹਿਬ ਜੀ ਜਾਂ ਪ੍ਰਚਾਰਕ ਜੀ ਇੱਥੇ ਮੀਟ ਅਤੇ ਸ਼ਰਾਬ ਦੀ ਗੱਲ ਨਹੀਂ ਹੋਣੀ। ਜਿਹੜਾ ਪ੍ਰਬੰਧਕ ਡੇਰੇ ਨਾਲ ਜੁੜਿਆ ਉਹਨੇ ਗ੍ਰੰਥੀ ਅਤੇ ਪ੍ਰਚਾਰਕ ਨੂੰ ਕਹਿਣਾ ਕਿਸੇ ਮਹਾਂਪੁਰਸ਼ ਦੀ ਨਿੰਦਿਆ ਨਹੀਂ ਕਰਨੀ। ਲੱਗਦਾ ਨਹੀਂ ਕਿ ਗੁਲਾਮ ਬਣ ਗਿਆ। ਦੇਖੋ, ਤੁਹਾਡੀ ਗੱਲ ਕਾਫੀ ਹੱਦ ਤੱਕ ਠੀਕ ਆ, ਪਰ ਮੈਂ ਚੂੰਕਿ ਆਪ ਗ੍ਰੰਥੀ ਹਾਂ, ਮੈਂ ਆਪਣੇ ਤਜਰਬੇ ਦੇ ਆਧਾਰ ਕਹਿ ਰਿਹਾ ਕਿ ਮੈਨੂੰ ਅਜੇ ਤੱਕ ਇਹ ਸਮੱਸਿਆ ਨਹੀਂ ਆਈ। ਮੈਂ ਜਨਰਲ ਤੌਰ ਤੇ ਨਹੀਂ, ਮੈਂ ਦੱਸਿਆ ਕਿਉਂਕਿ ਮੈਂ ਤਾਂ ਹੀ ਸਪਸ਼ਟ ਕਰ ਰਿਹਾ ਕਿ ਇਹ ਤੁਹਾਡੇ ਆਪਣੇ 'ਤੇ ਨਿਰਭਰ ਕਰਦਾ। ਤੁਸੀਂ ਜੇ ਗੁਲਾਮ ਬਣਨਾ ਚਾਹੋ, ਤੁਹਾਨੂੰ ਕੋਈ ਸੁਤੰਤਰ ਨਹੀਂ ਬਣਾ ਸਕਦਾ। ਜੇ ਤੁਸੀਂ ਖੁਦ ਗੁਲਾਮੀ ਲਈ ਤਿਆਰ ਹੋ, ਜੇ ਤੁਹਾਡੀ ਜ਼ਮੀਰ ਤੁਸੀਂ ਖੁਦ ਮਾਰਨ ਨੂੰ ਤਿਆਰ ਆ, ਤਾਂ ਤੁਹਾਡੀ ਕੋਈ ਵੀ ਜਿਹੜਾ ਉਹ ਤੁਹਾਨੂੰ ਸੁਤੰਤਰਤਾ ਦੇ ਤਲ 'ਤੇ ਨਹੀਂ ਖੜਾ ਕਰ ਸਕਦਾ। ਜਿਹੜਾ ਵਿਅਕਤੀ, ਜਿਹੜਾ ਗ੍ਰੰਥੀ ਗੁਰੂ ਨਾਲੋਂ ਕਿਸੇ ਵਿਅਕਤੀ ਨੂੰ, ਪ੍ਰਬੰਧਕ ਦੀ ਖੁਸ਼ੀ ਨੂੰ ਮੁੱਖ ਰੱਖ ਰਿਹਾ, ਉਹ ਆਤਮਿਕ ਤੌਰ 'ਤੇ ਮਰਿਆ ਹੋਇਆ ਮਨੁੱਖ ਆ। ਔਰ ਤੁਹਾਡੀ ਗੱਲ ਠੀਕ ਆ, ਅੱਜ ਮਰੇ ਹੋਏ ਹੀ ਡਿਊਟੀਆਂ ਨਿਭਾ ਰਹੇ ਆ, ਇਹਦੇ ਕੋਈ ਸ਼ੱਕ ਨਹੀਂ, ਕੋਈ ਦੁਰਾਵਾ ਨਹੀਂ ਜੀ। ਭਾਈ ਸਾਹਿਬ ਜੀ, ਉਹ ਤੁਹਾਡੇ ਨਾਲ ਅੱਜ ਵਿਚਾਰ ਚਰਚਾ ਕਰਕੇ, ਗੱਲਬਾਤ ਕਰਕੇ ਬਹੁਤ ਵਧੀਆ ਲੱਗਾ। ਦੁਨੀਆ ਭਰ ਦੇ ਸਿੱਖਾਂ ਨੂੰ, ਖਾਸ ਕਰਕੇ ਪ੍ਰਚਾਰਕਾਂ ਨੂੰ ਇੱਕ ਬੜਾ ਵਧੀਆ ਸੁਨੇਹਾ ਕਿ ਜੇ ਪ੍ਰਚਾਰਕ ਹੋਣ ਦੇ ਨਾਤੇ, ਗ੍ਰੰਥੀ ਹੋਣ ਦੇ ਨਾਤੇ, ਗਿਆਨੀ ਹੋਣ ਦੇ ਨਾਤੇ, ਬਾਬੇ ਹੋਣ ਦੇ ਨਾਤੇ, ਗੁਰੂ ਦਾ ਵਜ਼ੀਰ ਹੋਣ ਦੇ ਨਾਤੇ ਸਾਡੇ ਅੰਦਰ ਉਹ ਭਾਵਨਾ ਨਹੀਂ ਬਣੀ ਜਿਹੜੀ ਭਾਵਨਾ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ, ਭਾਈ ਸਹਿਬਾਜ਼ ਸਿੰਘ, ਭਾਈ ਗੁਰਬਾਜ ਸਿੰਘ ਵਰਗਾ ਅੰਦਰੋਂ ਨਹੀਂ ਬਣਿਆ। ਮੈਂ ਪਹਿਲਾਂ ਵੀ ਇਸ ਸ਼ਬਦ ਦਾ ਜ਼ਿਕਰ ਕੀਤਾ ਸੀ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਆਂ ਪਾਈ ਹੈ। ਕਿਤੇ ਐਸੀ ਅਵਸਥਾ ਬਣ ਜਾਵੇ ਤਾਂ ਜੋ ਸਾਰਾ ਸੰਸਾਰ ਇਸ ਸਿੱਖੀ ਦੇ ਪ੍ਰਚਾਰ ਦੇ ਨਾਲ ਸ਼ਰਾਸ਼ਰ ਹੋ ਜਾਵੇ, ਸਮਝ ਆ ਜਾਵੇ ਕਿ ਬਾਣੀ ਕੀ ਹੈ। ਉਮੀਦ ਹੈ ਕਿ ਅੱਜ ਦਾ ਇਹ ਸੈਗਮੈਂਟ ਤੁਹਾਨੂੰ ਪਸੰਦ ਆਇਆ ਹੋਵੇਗਾ। ਤੁਹਾਡਾ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਅੱਜ ਬਹੁਤ ਵਧੀਆ ਵਿਚਾਰਾਂ ਦਿੱਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।